ਲਓ ਜੀ ਫਤਿਹਗੜ੍ਹ ਸਾਹਿਬ ਏਜੰਸੀ ਚੋਂ ਪਹੁੰਚਿਆ ਜੀ ਘਰੇ ਤੇ ਆ ਕੇ ਰੇਹ ਦੇ ਥੱਲੇ ਲੱਦ ਲਿਆ ਸਕੰਜੇ ਦੇ ਵਿੱਚ। ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ। ਇੱਕ ਤਾਂ ਥੋੜੇ ਜਿਹੇ ਮਹਿੰਦਰਾ ਦੇ ਰੇਟਾਂ ਦੇ ਵਿੱਚ ਥੋੜਾ ਜਿਹਾ ਇਸ ਸਾਲ ਦੇ ਜਿਹੜਾ ਦਸੰਬਰ ਮਹੀਨਾ ਮਾੜੀ ਮੋਟੀ ਹੈ ਨਾ ਫਤਿਹਗੜ੍ਹ ਸਾਹਿਬ ਉਹਨਾਂ ਵੱਲੋਂ ਡਿਸਕਾਊਂਟ ਵੀ ਦਿੱਤਾ ਗਿਆ ਜੀ। ਤੇ ਕੁਝ ਕੁ ਉਹਨਾਂ ਨੇ ਇਵੈਂਟ ਰੱਖਿਆ ਸੀ ਜਿਹੜੇ ਨਵੰਬਰ ਮਹੀਨੇ ਦੇ ਵਿੱਚ ਟਰੈਕਟਰ ਦਿੱਤੇ ਨੇ ਜ਼ਿਮੀਂਦਾਰਾਂ ਨੂੰ। 3 ਮਹੀਨੇ ਨਵੰਬਰ ਅਕਤੂਬਰ ਮਹੀਨੇ ਦਾ ਸ਼ਾਇਦ, ਹਾਂ ਅਕਤੂਬਰ ਨਵੰਬਰ ਹਾਂ 3 ਮਹੀਨਿਆਂ ਦਾ। ਸੋ ਉਹਦੇ ਚ ਵਧੀਆ ਨਾਮ ਵੀ ਕੱਢੇ ਆ ਉਹਨਾਂ ਨੇ ਤੇ LCDਆਂ ਵੀ ਨਿਕਲੀਆਂ ਨੇ, ਕਾਫੀਆਂ ਨੂੰ ਕੋਇਨ ਵੀ ਨਿਕਲੇ ਨੇ ਹਨਾ। ਉਹ ਸਾਰਾ ਅੱਜ ਦੇ ਆਪਾਂ ਬਲੌਗ ਦੇ ਵਿੱਚ ਦਿਖਾਵਾਂਗੇ ਵੀ ਨਿਕਲੇ ਆ। ਤੇ ਬਾਕੀ ਇਨ ਫਿਊਚਰ ਜਿਹੜੇ ਨਵੇਂ ਟਰੈਕਟਰ ਮਹਿੰਦਰਾ ਵੱਲੋਂ ਮਾਰਕੀਟ ਦੇ ਵਿੱਚ ਆ ਰਹੇ ਨੇ ਲਾਈਕ 100 HP ਦਾ ਹਨਾ, ਤਾਂ 100 HP ਤੋਂ 110 HP, ਉਸ ਤੋਂ ਛੋਟੇ ਟਰੈਕਟਰ ਜਿਵੇਂ 75 ਹਾਰਸ ਪਾਵਰ, ਜਿਵੇਂ ਨਵੇਂ ਹੁਣ AC ਕੈਬਨ ਵੀ ਹਨਾ ਮਹਿੰਦਰੇ ਦੇ ਐਕਸਪੋਰਟ ਮਾਡਲ ਆ ਜਿਹੜੇ ਆਪਣੇ ਉਰੇ ਇੰਡੀਆ 'ਚ ਦੇਖਣ ਨੂੰ ਮਿਲਣਗੇ। ਸੋ ਉਹਨਾਂ ਦੀਆਂ ਗੱਲਾਂ ਬਾਤਾਂ ਕਰਾਵਾਂਗੇ ਤੇ ਬਾਕੀ ਸਾਡੇ ਨਾਲ ਆਪਣਾ ਸਟੇਟ ਹੈੱਡ ਵੀ ਹੋਣਗੇ ਜੀ, ਫਤਿਹਗੜ੍ਹ ਸਾਹਿਬ ਏਜੰਸੀ ਓਨਰ ਸਰਦਾਰ ਜਸਵੀਰ ਸਿੰਘ ਜੀ ਵੀ ਨਾਲ ਹੋਣਗੇ। ਸੋ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਵਾਂਗੇ ਤੇ ਬਾਕੀ ਵੀਡੀਓ ਨੂੰ ਇੰਜੋਏ ਕਰੋ। ਅੱਜ ਵਾਲੀ ਸਾਰਾ ਆਪਾਂ ਦਿਖਾਉਂਦੇ ਆ ਤੁਹਾਨੂੰ ਜੋ ਸਮਾਨ ਅੱਜ ਜ਼ਿਮੀਂਦਾਰਾਂ ਨੂੰ ਫਾਇਦਾ ਹੋਇਆ ਜੀ। ਤੇ ਇਨਾਮ ਗੋਗੀ ਕਿੰਨੇ ਕੁ ਤਕਰੀਬਨ ਨਿਕਲੇ ਆ? ਕਿੰਨੇ ਕੁ ਜ਼ਿਮੀਂਦਾਰ ਸੀ ਘੱਟੋ ਘੱਟ? 30-40 ਨਾਮ ਨਿਕਲੇ ਘੱਟੋ ਘੱਟ। ਹਾਂ ਤੇ ਇਹ ਮਤਲਬ ਫਤਿਹਗੜ੍ਹ ਸਾਹਿਬ ਮਹਿੰਦਰਾ ਟਰੈਕਟਰਸ ਵੱਲੋਂ ਏਜੰਸੀ ਵੱਲੋਂ ਇਨਾਮ ਆ ਜਿਹੜੇ ਉਹ ਕੱਢੇ ਗਏ ਨੇ ਤੇ ਬਾਕੀ ਕੰਪਨੀ ਦੇ ਬੰਦੇ ਵੀ ਉੱਥੇ ਪਹੁੰਚੇ ਹੋਏ ਨੇ। ਸੋ ਸਾਰਿਆਂ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ, ਜੁੜੇ ਰਹੋ ਬਲੌਗ ਦੇ ਨਾਲ ਤੇ ਬਾਕੀ ਬਲੌਗ ਕਰਦੇ ਆਂ ਅੱਗੇ ਕੰਟੀਨਿਊ। ਤੇ ਅਸੀਂ ਹੁਣ ਇਹਨੇ ਯੂਰੀਆ ਖੰਡਾਇਆ ਜੀ। ਤੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈਗਾ, ਤੁਸੀਂ ਸਾਡੇ ਬੁਲਾਵੇ ਤੇ ਤੁਸੀਂ ਇੱਥੇ ਪਹੁੰਚੇ ਹੋ। ਤੇ ਅੱਜ ਜਿਹੜਾ ਕਾਰਜਕ੍ਰਮ ਹੈਗਾ ਇਹਦੇ ਵਿੱਚ ਤੁਹਾਡੇ ਨਾਲ ਮਿਲਣ ਦਾ ਜਾਂ ਇਹ ਕਾਰਜਕ੍ਰਮ ਦੇ 3 ਪਰਪਸ ਹੈਗੇ ਆ ਜੋ ਅਸੀਂ ਆਪਣੀ ਤਰਫੋਂ ਰੱਖੇ ਹੋਏ ਹੈਗੇ ਆ। ਪਹਿਲਾ ਸਾਡਾ ਜਿਹੜਾ ਮਕਸਦ ਹੈਗਾ ਇਹ ਮਹਿੰਦਰਾ ਕੰਪਨੀ ਨੂੰ ਜੋ ਤੁਹਾਡੇ ਵੱਲੋਂ ਸਾਡੇ ਨੋਵੋ PS ਨੂੰ ਪਿਆਰ ਮਿਲਿਆ ਹੈਗਾ, ਸਾਡੀ ਪੂਰੀ ਨੋਵੋ ਸੀਰੀਜ਼ ਨੂੰ ਜੋ ਪਿਆਰ ਮਿਲਿਆ ਹੈਗਾ, ਉਸ ਪਿਆਰ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਜਿਹੜਾ ਹੈਗਾ ਪਹਿਲਾ ਮਕਸਦ ਹੈਗਾ। ਦੂਸਰਾ ਮਕਸਦ ਜਿਹੜਾ ਸਾਡਾ ਅੱਜ ਤੁਹਾਡੇ ਨਾਲ ਮਿਲਣ ਦਾ ਹੈਗਾ ਕਿ ਉਹ ਟਰੈਕਟਰ ਦੇ ਵਿੱਚ ਜੋ ਤੁਹਾਨੂੰ ਕਮੀਆਂ ਲੱਗੀਆਂ, ਖੂਬੀਆਂ ਲੱਗੀਆਂ ਹੋਣ ਜਾਂ ਜੋ ਵੀ ਤੁਹਾਨੂੰ ਉਹਦੇ ਕਮੀ ਲੱਗੀ ਹੋਵੇ ਉਹ ਵੀ ਸਾਡੇ ਨਾਲ ਕੰਪਨੀ ਦੇ ਤੌਰ ਦੇ ਉੱਤੇ ਉਹ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ। ਤੇ ਤੀਸਰਾ ਜਿਹੜਾ ਹੈਗਾ ਸਾਡਾ ਮਕਸਦ ਤੁਹਾਡੇ ਨਾਲ ਅੱਜ ਮਿਲਣ ਦਾ ਕਿ ਜੋ ਵੀ ਅਸੀਂ ਸੀਜ਼ਨ ਦੇ ਵਿੱਚ ਜਦੋਂ ਇਹ ਆਪਣਾ ਸਤੰਬਰ ਅਕਤੂਬਰ ਨਵੰਬਰ ਦੇ ਵਿੱਚ ਸਾਡੀ ਜਿਹੜੀ ਕੰਪਨੀ ਦੀ ਸਕੀਮ ਚੱਲਦੀ ਸੀਗੀ ਜਿਹਦੇ ਵਿੱਚ ਇੱਕ ਡਰਾਅ ਟਾਈਪ ਅਸੀਂ ਰੱਖਿਆ ਸੀਗਾ ਕਿ ਉਹ ਹਰ ਇੱਕ ਕਸਟਮਰ ਨੂੰ ਜਿਹੜਾ ਹੈਗਾ ਇੱਕ ਆਪਸ਼ਨ ਰਹੇਗਾ ਸਾਡੇ ਪਾਸ ਜਿਹੜੇ ਹੈਗੇ ਆ ਇਹਦੇ ਕੱਪ ਰਹਿਣਗੇ, ਉਹਦੇ ਵਿੱਚੋਂ ਕੋਈ ਵੀ ਉਹ ਕੱਪ ਚੂਜ਼ ਕਰਕੇ ਜੋ ਵੀ ਗਿਫਟ ਆਈਟਮ ਉਹਦੇ ਵਿੱਚੋਂ ਨਿਕਲੇਗੀ ਉਹ ਉਸ ਜ਼ਿੰਮੇਦਾਰ ਦੀ ਹੋਏਗੀ। ਤੇ ਇਹ ਜਿਹੜਾ ਮਤਲਬ ਸਕੀਮ ਸੀਗੀ ਇਹਦਾ ਜਿਹੜਾ ਹੈਗਾ ਅੱਜ ਅਸੀਂ ਪਹਿਲਾ ਫੇਜ਼ ਜਿਹੜਾ ਹੈਗਾ ਜੋ ਕੰਪਲੀਟ ਕਰਾਂਗੇ। ਇਹ ਇੱਕ ਫੇਜ਼ ਦਾ ਦੂਸਰਾ ਅਲੱਗ ਰਹੇਗਾ, ਉਹ ਮਤਲਬ ਅਸੀਂ ਥੋੜੇ ਦਿਨਾਂ ਵਿੱਚ ਉਹ ਵੀ ਕੰਪਲੀਟ ਕਰਾਂਗੇ। ਅੱਜ ਪਹਿਲੇ ਫੇਜ਼ ਦੇ ਲਈ ਅਸੀਂ ਤੁਹਾਡੇ ਨਾਲ ਮਿਲੇ ਹੈਗੇ ਆ ਤੇ ਇਹ 3 ਜਿਹੜੇ ਹੈਗੇ ਅੱਜ ਦੇ ਮਤਲਬ ਮੇਨ ਸਾਡੇ ਜਿਹੜੇ ਹੈਗੇ ਮੁੱਦੇ ਜਾਂ ਆਬਜੈਕਟਿਵ ਹੈਗੇ ਤੁਹਾਡੇ ਨਾਲ ਰੂਬਰੂ ਹੋਣ ਦੇ। ਤੇ ਸਭ ਤੋਂ ਪਹਿਲਾਂ ਮੈਂ ਸਾਡੇ ਨੂੰ ਪਧਾਰੇ ਹੋਏ ਕੰਪਨੀ ਮਹਿੰਦਰਾ ਕੰਪਨੀ ਤੋਂ ਜਿਹੜੇ ਸਾਡੇ ਏਰੀਆ ਮੈਨੇਜਰ ਹੈਗੇ ਸੰਜੇ ਸਰ ਦਾ, ਉਹਨਾਂ ਦਾ ਵੈਲਕਮ ਕਰਾਂਗਾ ਕਿ ਉਹਨਾਂ ਨੇ ਆਪਣੇ ਟਾਈਮ ਵਿੱਚੋਂ ਕੱਢ ਕੇ ਸਾਡੇ ਨਾਲ ਅੱਜ ਇੱਥੇ ਮਿਲਣ ਲਈ ਸਾਡੇ ਵਿੱਚ ਉਪਸਥਿਤ ਹੋਏ ਹੈਗੇ। ਤੇ ਵੈਸੇ ਤਾਂ ਤੁਸੀਂ ਸਾਰੇ ਮਹਿੰਦਰਾ ਬ੍ਰਾਂਡ ਜਿਹੜਾ ਹੈਗਾ ਕਿਸੇ ਲਈ ਵੀ ਨਵਾਂ ਬ੍ਰਾਂਡ ਨਹੀਂ ਹੈਗਾ ਕਿ ਜਿਹਦੇ ਲਈ ਅਸੀਂ ਤੁਹਾਨੂੰ ਜ਼ਿਆਦਾ ਦੱਸੀਏ, ਲੇਕਿਨ ਅਗਰ ਮੋਟੀ ਅਸੀਂ ਗੱਲ ਕਰੀਏ 1945 ਤੋਂ ਜਿਹੜਾ ਹੈਗਾ 1945 ਤੋਂ ਜਿਹੜਾ ਹੈਗਾ ਮਹਿੰਦਰਾ ਕੰਪਨੀ ਨੇ ਆਪਣਾ ਸਟਾਰਟ ਕੀਤਾ ਸੀਗਾ। ਜਿਹੜੇ ਇਹਦੇ ਫਸਟ ਜਿਹੜੇ ਜਿਨ੍ਹਾਂ ਨੇ ਫਾਊਂਡ ਕੀਤੀ ਸੀਗੀ ਕੰਪਨੀ, 2 ਪਾਰਟਨਰ ਸੀਗੇ, ਮੁਹੰਮਦ ਤੇ ਸੈਕਿੰਡ ਮਹਿੰਦਰਾ ਸੀਗੇ। ਜਿਹੜੇ ਮਹਿੰਦਰਾ ਉਹਦੇ ਵਿੱਚ ਜਿਹੜੇ ਪਾਰਟਨਰ ਸੀਗੇ ਉਹ ਰਹਿਣ ਵਾਲੇ ਲੁਧਿਆਣੇ ਦੇ ਸੀਗੇ, ਦਸੋਵਾਲ ਪਿੰਡ ਸੀਗਾ ਉਹਨਾਂ ਦਾ, ਉੱਥੇ ਦੇ ਰਹਿਣ ਵਾਲੇ ਸੀਗੇ। ਤੇ ਜਦੋਂ ਫਿਰ ਇਹ 47 ਵਿੱਚ ਜਦੋਂ ਆਪਣੇ ਦੋਵਾਂ ਦੇਸ਼ਾਂ ਦਾ ਬਟਵਾਰਾ ਹੋਇਆ ਸੀਗਾ, ਫਿਰ ਜਿਹੜੇ ਸੈਕਿੰਡ ਪਾਰਟਨਰ ਜਿਹੜੇ ਸੀਗੇ ਮੁਹੰਮਦ ਹੋਣੀ ਉਹ ਪਾਕਿਸਤਾਨ ਚਲੇ ਗਏ ਸੀਗੇ ਤੇ ਉਹ ਪਾਕਿਸਤਾਨ ਦੇ ਪਹਿਲੇ ਫਾਈਨੈਂਸ ਮਿਨਿਸਟਰ ਬਣੇ ਸੀਗੇ ਪਾਕਿਸਤਾਨ ਦੇ ਵਿੱਚ। ਤੇ ਜਿਹੜੇ ਸੈਕਿੰਡ ਜਿਹੜੇ ਪਾਰਟਨਰ ਸੀਗੇ ਮਹਿੰਦਰਾ ਦੀ, ਉਹਨਾਂ ਦੇ ਹੀ ਇੱਕ ਗਰੁੱਪ ਹੈਗਾ ਜਿਹਦੇ ਵਿੱਚ ਅੱਜ ਹਰ ਇੱਕ ਸੈਕਟਰ ਵਿੱਚ ਹਰ ਇੱਕ ਸੈਗਮੈਂਟ ਵਿੱਚ ਜਿਹੜੀ ਹੈਗੀ ਆ ਇਹ ਆਪਣੀ ਸੇਵਾ ਦੇ ਰਹੇ ਹੈਗੇ ਆ, ਚਾਹੇ ਉਹ ਟਰੈਕਟਰ ਹੈਗਾ, ਚਾਹੇ ਉਹ ਕਾਰਾਂ ਹੈਗੀਆਂ, ਜੀਪਾਂ ਹੈਗੀਆਂ, ਟਰੱਕ ਹੈਗੇ, ਬੱਸਾਂ ਹੈਗੀਆਂ, ਹੋਟਲ ਹੈਗੇ ਆ, IT ਕੰਪਨੀਜ਼ ਹੈਗੀਆਂ, ਹਰ ਇੱਕ ਸੈਗਮੈਂਟ ਦੇ ਵਿੱਚ ਜਿਹੜਾ ਹੈਗਾ ਮਹਿੰਦਰਾ ਕੰਪਨੀ ਅੱਜ ਕਸਟਮਰ ਨੂੰ ਆਪਣੀ ਸਰਵਿਸ ਪ੍ਰੋਵਾਈਡ ਕਰਵਾ ਰਹੀ ਹੈਗੀ ਆ। ਅਗਰ ਕੱਲੀ ਅਸੀਂ ਟਰੈਕਟਰ ਦੀ ਗੱਲ ਕਰੀਏ ਤੇ ਇਹਦੇ ਵਿੱਚ ਸਾਡੇ ਕੋਲ ਜਿਹੜਾ ਹੈਗਾ
ਸਿਰਫ ਇੰਡੀਆ ਹੀ ਨਹੀਂ, ਇੰਡੀਆ ਤੋਂ ਬਾਹਰ ਵੀ ਜਿਹੜੇ ਹੈਗੇ ਸਾਡੇ ਪਲਾਂਟ ਹੈਗੇ, ਚਾਈਨਾ ਵੀ ਹੈਗਾ, ਤੁਰਕੀ ਵੀ ਹੈਗਾ, ਆਸਟ੍ਰੇਲੀਆ ਵੀ ਸਾਡੀ ਪ੍ਰੈਜ਼ੈਂਸ ਹੈਗੀ ਹੈ। ਉੱਥੇ ਦੇ ਬ੍ਰਾਂਡ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਕੰਪਨੀ ਆਪਣੇ ਪ੍ਰੋਡਕਟ ਨੂੰ ਵੇਚ ਰਹੀ ਹੈਗੀ ਹੈ। ਤੇ ਕੱਲੀ ਅਗਰ ਆਪਣੇ ਇੱਥੇ ਦੀ ਗੱਲ ਕਰੀਏ, ਇੱਥੇ ਸਾਡੇ 9 ਪਲਾਂਟ ਹੈਗੇ ਆ, ਜਿੱਥੋਂ ਸਾਡੀ ਜਿਹੜੀ ਹੈਗੀ ਹੈ ਮਹਿੰਦਰਾ ਦੀ ਲੋਕਲ ਡੋਮੈਸਟਿਕ ਤੇ ਨਾਲ ਦੀ ਨਾਲ ਹੀ ਜਿਹੜੇ ਐਕਸਪੋਰਟ ਵਾਲੇ ਸਾਡੇ ਟਰੈਕਟਰ ਜਿਹੜੇ ਹੈਗੇ ਮੈਨੂਫੈਕਚਰ ਹੋ ਕੇ ਜਾਂਦੇ ਹੈਗੇ ਆ। ਤੇ ਇਹਦੇ ਵਿੱਚ ਸਾਡੇ ਪਾਸ ਜਿਹੜੇ ਹੈਗੇ ਆ 15 ਤੋਂ ਲੈ ਕੇ 75 ਹੋਰ ਸੌ ਤੱਕ ਦੇ ਟਰੈਕਟਰ ਜਿਹੜੇ ਹੈਗੇ ਆ ਅਸੀਂ ਐਟ ਪ੍ਰੈਜ਼ੈਂਟ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹੈਗੇ ਆ। ਤੇ ਜਿਹੜਾ ਸਾਡਾ ਅਗਲਾ ਜਿਹੜਾ ਮਹਿੰਦਰਾ ਕੰਪਨੀ ਵੱਲੋਂ ਸਾਡਾ ਅਗਲਾ ਜਿਹੜਾ ਫਿਊਚਰ ਹੈਗਾ ਜਾਂ ਵਿਜ਼ਨ ਹੈਗਾ, ਉਹ ਕਸਟਮਰ ਤੱਕ ਜਿਹੜੇ ਹੈਗੇ ਆ ਏਸੀ ਕੈਬਿਨ ਦੇ ਵਿੱਚ 75, ਏਸੀ ਕੈਬਿਨ ਦੇ ਵਿੱਚ 105, 110, 115 ਹੋਰ ਸੌ ਦੇ ਟਰੈਕਟਰ ਜਿਹੜੇ ਹੈਗੇ ਆ ਉਹ ਤੁਹਾਡੇ ਤੱਕ ਲੈ ਕੇ ਆਉਂਦਾ ਹੈਗਾ। ਉਹ ਵੀ ਅਸੀਂ ਜਲਦੀ ਤੁਹਾਡੇ ਤੱਕ ਮਤਲਬ ਲੈ ਕੇ ਵੀ ਆਵਾਂਗੇ। ਤੇ ਇਸ ਤੋਂ ਬਾਅਦ ਜਿਹੜਾ ਕੰਪਨੀ ਅੱਗੇ ਕੀ ਸੋਚ ਰਹੀ ਹੈਗੀ ਹੈ ਜਾਂ ਜ਼ਿਮੀਂਦਾਰ ਦੇ ਲਈ ਮਤਲਬ ਕੰਪਨੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈਗਾ, ਇਹ ਸਾਰੀਆਂ ਗੱਲਾਂ ਸਾਂਝੀ ਕਰਨ ਲਈ ਸਾਡੇ ਜਿਹੜੇ ਏਰੀਆ ਮੈਨੇਜਰ ਸਾਡੇ ਵਿੱਚ ਆਏ ਹੋਏ ਆ, ਸੰਜੇ ਸਰ, ਮੈਂ ਰਿਕੁਐਸਟ ਕਰਾਂਗਾ ਕਿ ਸਰ 5 ਮਿੰਟ ਦਾ ਟਾਈਮ ਦਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਸੰਜੇ ਹੈ ਜੀ ਤੇ ਮੈਂ ਹਰਿਆਣੇ ਦਾ ਰਹਿਣ ਵਾਲਾ। पंजाबी में हाथ टाइट है थोड़ा, मिक्स जा ही रहूगा मामला। तो जैसे मेरे साथी ने दसिया कि 1945 की कंपनी है, कि इतना पुराना इतिहास है, 275 से ये शुरू हुआ सिलसिला। आज मतलब खाली महिंद्रा की गल असी करिए तो असी 3 लाख ट्रैक्टर बेच रहे हैं। स्वराज भी 10-12 साल पहले अपने पास ही आ गया, महिंद्रा के पास भी। तो 2.25 लाख ट्रैक्टर वो भी बेच रहा है। तो 5-6 लाख ट्रैक्टर बेचने वाली दुनिया की एकमात्र कंपनी है महिंद्रा एंड महिंद्रा। और आपके लिए खुशी का मामला इसलिए है क्योंकि ये कंपनी ऑपरेट बॉम्बे से जरूर हो रही है, लेकिन ये पंजाब की कंपनी है। जो अपने MD साहब हैं, चेयरमैन साहब, वो रहने वाले जो हैं अपने लुधियाना के ही हैं। तो बाद में वो जाके सेटल हो गए। तो मोटे तौर पे उनका जुड़ाव इतना है अभी भी पंजाब से कि जितने भी अपन नए एक्सपेरिमेंट करते हैं, जितनी भी नई टेक्नोलॉजी डेवलप करते हैं, तो वो पहले असी पंजाब में टेस्ट करते हैं। चाहे वो इम्प्लीमेंट हो, चाहे वो ट्रैक्टर हो, चाहे वो असी बीज में, खाद में, आलूओं के लिए एक अलग से कंपनी है। तो बहुत सारे किसानों के लिए अभी ड्रोन में भी हम लोग आ रहे हैं। तो वो सारा टेस्टिंग उसका पंजाब में ही होता है। तो इस तरह की कंपनी है, आपकी अपनी कंपनी है। और जैसे मेरे दोस्त अभी बता रहे थे कि आगे फ्यूचर में क्या क्या है, तो जैसे पंजाब से ही शुरुआत होती है। पहले तो 30-40-45 HP के ट्रैक्टरों में ही दुनिया का गुजर बसर हो रहा था। 8-10 साल में यूपी में, बिहार में भी लगा गया। उधर तो 40 HP का ट्रैक्टर भी बहुत बड़ा ट्रैक्टर माना जाता था। तो जैसे जैसे इम्प्लीमेंट का डेवलपमेंट होता चला गया, खेती में नई तकनीक आती चली गई, तो पंजाब से ही ये मामला उठा के 40 HP के ट्रैक्टर के ऊपर बढ़े 50, 60, 70। अभी आज के दौर में तो आप देखेंगे 300 HP का ट्रैक्टर भी पंजाब में चल रहा है। इक्का दुक्का ही है, लेकिन 300-350 HP के ट्रैक्टर भी पंजाब में चल रहे हैं। हालांकि वो कोई बहुत बड़े फार्मर को जो है एड्रेस नहीं करते हैं। तो बहुत बड़े फार्मर को एड्रेस करने के लिए पंजाब में 70-75 HP के ट्रैक्टर पर्याप्त हैं। तो अब हूँ क्योंकि एक तो अपना जो यूथ है वो बाहर जानना के हिसाब से अभी थोड़ा सा कम हुआ है मामला। एक तो बाहर के मुल्क की जी पॉलिसियाँ हैं वो भी थोड़ी सी टाइट हो गई हैं। तो नाले अपना यूथ जो है वो इंडिया में अपॉर्चुनिटी ढूंढ रहा है। और पंजाब में तो मतलब खेल जो है वो किसानी खेती से ही शुरू होता है हर बच्चे का। तो अब ये पंजाब के पॉइंट ऑफ व्यू से देखा जाए, जिस तरह के नस्लों का और जो अपना बदनामी हुई थोड़ी पीछे 5-7 साल, उस हिसाब से देखा जाए तो ये अपने भविष्य के लिए, पंजाब के भविष्य के लिए ये जरूरी भी है कि युवा जो है या तो खेत से जुड़े या खेल के ग्राउंड से जुड़े। और अच्छी बात ये है कि अपना जो नए लड़के हैं, नौजवान, वो जुड़ रहे हैं, खेत से भी जुड़ रहे हैं और ग्राउंड से, खेल से भी जुड़ रहे हैं। तो उससे नशे में भी कमी आ रही है। तो नाले अब प्रॉब्लम ये है कि जैसे बापू जी के टाइम में वो जो है ट्रैक्टर नो आप गेयर में जोड़ लाया जाइए, क्लच पे खड़े हो जाइए,
उस तरह के टेक्नोलॉजी ट्रैक्टर चल रहे थे, वो आज का लड़का वो ट्रैक्टर नहीं चलाएगा। उसको चाहिए कंफर्टेबल चीजें, आरामदायक बिल्कुल, उसके सारे कंट्रोल उसके हाथों में, उसको गर्मी ना लगे, उसको धूप ना लगे, है ना, तो पूरी पावरफुल चीजें। तो उस हिसाब से कंपनियां, चाहे कंपटीशन है चाहे अपनी है, आप थोड़े से कंपटीशन से इसलिए आगे रहते हैं हर टेक्नोलॉजी में, क्योंकि अपने पास जो ऑटोमोटिव वाला, जिसमें बोलेरो, थार, स्कॉर्पियो, XUV 700 ये सब बनती हैं गाड़ियां, तो जो तकनीक वहां पुरानी हो जाती है वही तकनीक ट्रैक्टर में नहीं हो जाती है। तो अपने पास जो तकनीक के ट्रैक्टर में आ रही हैं, तो वो पहले से ही अब आप 20-25 साल से यूज कर रहे होते हैं, तो आप थोड़े से कंपटीशन से आगे इसलिए रहते हैं। जितने भी आप, जब ये 50 HP के ऊपर वाला मामला गया कि ये CRDI ट्रैक्टर हो जाएंगे, पंप जो है इनलाइन पंप से जो है CRDI में कन्वर्ट हो जाएगा, तो बाकी कंपनियों के पास ये व्यवस्था ही नहीं थी कि अभी वो क्या करें। तो अपने पास तो ये गाड़ियां ऑलरेडी CRDI में चल रही थी, तो वही वहां से टेक्नोलॉजी ली। और इधर तो अब आप देखेंगे कि जितना भी CRDI ट्रैक्टर बाजार में चलता है, खेतों में चल रहा है अपने, तो उसमें 75-80% ट्रैक्टर महिंद्रा का ही मिलेगा। तो अब जिस तरह से आज का नौजवान फैसिलिटेशन मांग रहा है ट्रैक्टर में, तो उसको मद्देनजर रखते हुए कंपनी अब 75 HP में, जो लोग आप में से PU में गए होंगे लुधियाना वाले मेले में, उन्होंने देखा होगा वहां कि हमने एक ट्रैक्टर डिस्प्ले लगाया था 75 HP का और AC कैबिन के साथ। तो वो ट्रैक्टर अभी हम पंजाब में लॉन्च कर रहे हैं आने वाले दिनों में, अप्रैल मई में उसका सप्लाई शुरू हो जाएगा। 20-25 ट्रैक्टर हमने मेले में वो बुक भी किए थे। उसके बाद 105 और 110 HP के फुल्ली लोडेड AC कैबिन ट्रैक्टर, सारे नए फंक्शन के साथ, सारे नए फीचर के साथ, वो पंजाब में हमने टेस्टिंग के लिए दिए हुए हैं, ऑलरेडी चल रहे हैं 2 महीना से। वो ट्रैक्टर तैयार है। टर्की में एक महिंद्रा ने प्लांट खरीदा है, वो वहां से हम दूसरे देशों में सप्लाई देते हैं उस प्रोडक्ट की। तो उसको इधर लाए हैं हम, कंप्लीट ट्रैक्टर है, लेकिन वो इंडियन जमीन के हिसाब से, इंडियन जिसने ड्राइवर ने चलाना है उसके हिसाब से, और या गवर्नमेंट की कुछ पॉलिसीज होती हैं सुमई को लेके, तो उनके हिसाब से वो सेट बैठ रहा है कि नहीं, उस चीज की टेस्टिंग हो रही है। तो अभी वो 2 ट्रैक्टर मेरे ख्याल में, एक ट्रैक्टर हमारा जो है मानसा और बुढ़लाडा उस साइड में चल रहा है, एक ट्रैक्टर मेरे ख्याल में जलंधर में, कहाँ है आपने, वो सुल्तानपुर में चल रहा है ट्रैक्टर, जम उसके नदी के पार। ਕੌਣ ਸਾ 110 HP वाला। ਉਹਦੇ ਵਿੱਚ ਇਦਾਂ ਹੈਗਾ, ਜਿਹੜਾ ਸਾਡਾ ਪਾਸ ਜਿਹੜਾ 110 ਵਾਲਾ ਵੀ ਹੈਗਾ, ਉਹ ਸਰਹੰਦ ਦੇ ਹੀ ਕਸਟਮਰ ਹੈਗੇ ਆ, ਉਹਨਾਂ ਕੋਲ ਬੇਲਰ ਦਾ ਕੰਮ ਹੈਗਾ, ਪਰ ਉਹ ਚੱਲ ਟਾਂਡੇ ਰਿਹਾ ਹੈ। वो कस्टमर जो है ही। अच्छा, कस्टमर यहाँ का और चल टांडा मुकेरिया टांडा में चल रहा है ना, बेलर में वहाँ पे लेके गए। तो ये 2 ट्रैक्टर अभी हम लाए हैं 105 और 110 HP में, और ये अभी परीक्षण के दौर में है, टेस्टिंग इन पे चल रही हैं अपनी मिट्टी के हिसाब से, अपने यहाँ जो पंजाब में इम्प्लीमेंट यूज होता है उसके हिसाब से, या अपने यहाँ का एनवायरनमेंट कैसा है, मौसम कैसा रहता है उसके हिसाब से। तो उस पर फीडबैक ले रही है कंपनी। जैसे ही वो फीडबैक वाला सेशन कंप्लीट होगा, उसमें किसान या जो चलाने वाला ड्राइवर है वो जिस तरह के सुझाव देगा, उसके हिसाब से उसमें वो सारे इम्प्रूवमेंट करके वो ट्रैक्टर हम जून-जुलाई के आसपास प्लान कर रहे हैं कि हम लोग जो है वो लेके आए पंजाब में। तो कुछ इम्प्लीमेंट को लेके हम लोगों के आगे चल रहे हैं R&D में काम, जिसमें ड्रोन को लेके कुछ काम चल रहे हैं, और एक जो स्प्रे मशीन को लेके काम चल रहे हैं। एक ऐसी मशीन आती है जो फर्टिलाइजर का छिड़काव, जो खाद का छिड़काव उस हिसाब से करती है, जिस मिट्टी में खाद की जरूरत है वहाँ वो डाल देती है, जहाँ जरूरत नहीं है वो चल जाता है। उससे टाइम और खाद दोनों बचता है। और जो यूरिया मतलब जीदम जीद हो गए, खेतों में डाली जा रहे हैं, तो अपनी नस्ला खा रही है वो सारा प्रोडक्शन, तो वो कोई बहुत बढ़िया चीज़ है नहीं, जहरी है। ते ओदी लागत नू ते ओदी जितना कुछ डाल रहे हैं उन्होंने कितना कम करिए, उस पर भी महिंद्रा काम कर रही है। तो अब देखो वो मशीन आनी चाहिए, मशीन काफ़ी महंगी है, 3-4 करोड़ रुपए की मशीन है, वो किराए पे ही काम होना है। वो मतलब खरीदने वाले पंजाब में तो खैर मतलब जो 1.5 करोड़ 1 करोड़ का ट्रैक्टर खरीद रहे हैं, 2 करोड़ का बेलर खरीद रहे हैं, तो वो उस मशीन को भी खरीद लेंगे। लेकिन मोटे तौर पे वो 4 किसानों ने खरीद लिया, उससे काम चलना नहीं ना। उद्देश्य तो ये है कि जो खाद आप डाली जा रहे हैं वैसे ही प्रोडक्शन को लेके, तो उन्होंने कितना कम करिए। तो वो किराए वाला एक
ਸਿਸਟਮ ਮਹਿੰਦਰਾ ਪਲਾਨ ਕਰ ਰਹੀ ਹੈ ਕਿ ਉਹਨੂੰ ਕਿੱਦਾਂ ਅਸੀਂ ਕਰ ਸਕਦੇ ਹਾਂ। ਬਾਕੀ ਮਹਿੰਦਰਾ ਸਮਰਿद्धि के साढ़े सेंटर हैं, वो आपका मिट्टी की टेस्टिंग करके आपको बता रहे हैं, आपको फसलों के बारे में जानकारी दे रहे हैं, पेस्टिसाइड का कुछ उसमें एक वेरिएंट आता है कि किस तरह के पेस्टिसाइड खेतों में किस उसमें यूज किए जाने से काफी कुछ खेती किसानी को लेके महिंद्रा अपने लेवल पे एफर्ट कर रही है। ਤੇ ਹੁਣ ਅਸੀਂ ਗੱਲ ਕਰਦੇ ਹਾਂ ਸਾਡੀ ਅੱਜ ਦੀ ਜਿਹੜੀ ਡੀਲਰਸ਼ਿਪ ਦੀ। ਤੇ जसवीर जी साढ़े 7-8 साल पुराने डीलर हैं, हो गए 7-8 साल तो मुझे 6 साल हो गए हैं। ते एक महिंद्रा के ब्रांड के थल्ले इनको 6-6.5 साल हो गए हैं। तो हमको मार्केट से इनके बारे में कोई नेगेटिव फीडबैक अब तक तो नहीं मिला है और ਅਸੀਂ ਉਮੀਦ ਕਰਦੇ ਹਾਂ ਕਿ ਇਹ ਕਸਟਮਰਾਂ ਨੂੰ ਸਹਿਯੋਗ ਕਰਨਗੇ ਤੇ ਨਾਲੇ ਇਹਨਾਂ ਦੇ ਕਸਟਮਰ ਵੀ ਇਹਨਾਂ ਨੂੰ ਫੁੱਲ ਸਹਿਯੋਗ ਕਰਦੇ ਆ, ਤਾਂ ਕਰਕੇ ਕੋਈ ਨੈਗੇਟਿਵਿਟੀ ਬਾਜ਼ਾਰ में ਹੈਗੀ ਨਹੀਂ। ਹਾਂਜੀ ਕੁਝ ਕਹਿੰਦਾ ਮੇਰੇ ਫੋਨ ਤੇ ਹੁਣ जसवीर जी आए हैं 20-22 मतलब ਹੁੰਦਾ ਹੈ ਜੇ ਬਾਜ਼ਾਰ में 100 ट्रैक्टर बिक रहा है तो उसमें महिंद्रा कितना बेचती है, ते स्वराज कितना बेचता है, ते फार्म ट्रैक कितना बेचता है, ते दूसरे ਜਿਹੜੇ ब्रांड है वो कितना बेचते हैं। तो अभी इनका स्थिति 100 में से 21-22 ट्रैक्टर वाला है। तो ये 30 बेचना चाहते हो, कितने बेचना चाहते हो 100 में से? ਅਸੀਂ चाहते हैं कि 30-32 एक अच्छी खासी हिस्सेदारी होती है। जैसे ऑल इंडिया लेवल पे स्वराज और महिंद्रा को मिला दे तो हम 100 में से 50 ट्रैक्टर महिंद्रा बेचती है। पंजाब में भी अगर स्वराज और महिंद्रा को मिला दे तो 100 में से 46 ट्रैक्टर हम लोग बेचते हैं। तो 100 में से 23-24 ट्रैक्टर जो है हम बेच रहे हैं, 22-23 ट्रैक्टर स्वराज बेच रहा है। तो अब इसके आगे बढ़ने का समय आया है और हम लोगों को उम्मीद है कि जिस तरह का पंजाब में महिंद्रा एंड महिंद्रा इन्वेस्टमेंट कर रही है, पंजाब में टेस्टिंग R&D का इतना इन्वेस्टमेंट चल रहा है और सारे प्रोडक्ट पंजाब के हिसाब से डिजाइन किए जा रहे हैं। तो असी इधरों अब 30% पे जाना चाहते हैं। असी चाहते हैं कि 100 में से 30 ट्रैक्टर साडे होने चाहिए। ਤੇ ਉਹਦੇ ਲਈ ਤੁਹਾਡਾ ਵੀ ਸਾਨੂੰ ਸਹਿਯੋਗ ਚਾਹੀਦਾ ਤੇ ਸਾਡੇ ਡੀਲਰ ਦਾ ਵੀ ਜਿਗਰਾ ਵੀ ਚਾਹੀਦਾ ਤੇ ਸਹਿਯੋਗ ਵੀ ਚਾਹੀਦਾ ਤੇ ਮਿਲ जुल के ਅਸੀਂ मतलब बातचीत में आसान लग रहा है कि 100 में से 30 बेचने हैं, लेकिन जब बाजार में कंपटीशन होता है तो काफी मुश्किल काम है। ਤੇ ਅਸੀਂ ਤੁਹਾਨੂੰ ਇਹ ਨਿਵੇਦਨ ਕਰਦੇ ਹਾਂ, ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਸਾਡੇ ਡੀਲਰ ਹੈ ਕੋਈ ਬਹੁਤੇ ਪੁਰਾਣੇ ਹੋਏ ਨਹੀਂ ਹੈ, 6-7 साल पुराने डीलर हैं। ਤੇ ਤੁਸੀਂ ਇਹਨਾਂ ਦਾ ਸਹਿਯੋਗ करो थोड़ा सा। ਤੇ अभी 20-21 से 30 पे पहुंचने में मतलब जितने का अब बेच रहे हैं उससे 50% ज्यादा बेचना पैना। ਤੇ ਉਧਰ ਤੱਕ ਪਹੁੰਚਣ में ਤੁਸੀਂ ਇਹਨਾਂ ਦਾ ਸਹਿਯੋਗ ਕਰੋ। ਤੇ ਜਸਵੀਰ ਜੀ ਅਸੀਂ ਤੁਹਾਨੂੰ ਵੀ ਰਿਕੁਐਸਟ ਕਰਦੇ ਹਾਂ, ਜਿੰਨੇ ਵੀ ਤੁਹਾਡੇ ਏਰੀਆ ਦੇ ਕਸਟਮਰ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੈ ਤੁਸੀਂ ਕੰਪਨੀ ਨਾਲ ਡਿਸਕਸ ਕਰੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਕੁ ਸਾਡੀ ਕੈਪੈਸਿਟੀ ਹੈ ਕਸਟਮਰ ਨੂੰ ਹੈਲਪ ਕਰਨ ਦੀ, ਉਹਦੇ ਅੰਦਰ ਦਾ ਮਸਲਾ ਹੈ ਤੇ ਉਹਨੂੰ ਸੋਲਵ ਕਰਾਂਗੇ ਅਸੀਂ। ਤੇ यहाँ से फिर आप आगे बढ़ना शुरू करिए। ते आज का जेड़ा प्रोग्राम है वो इस विषय में भी है कि जो हमने ट्रैक्टर बेचे हैं अभी, तो उसमें जो कंपनी स्कीम देती है, जो डीलर की तरफ से स्कीम होती है, तो उसके गिफ्ट्स का अब उसमें भी बहुत लोचा रहता है। कई बार ये रहता है कस्टमर के साढ़ा यह निकलना ही यह दे दिया, कस्टमर कंपनी धोखा कर गई तो डीलर धोखा कर गया। तो सब मसला ही ना रहे ਉਹਦੇ ਲਈ ਅਸੀਂ ਆਪਾਂ एक मीटिंग बुलाई है जिसके अंदर में आप मतलब बिल्कुल साफ सुथरा काम करेंगे। गिफ्ट साढ़े जिसमें गिफ्ट निकालने हैं वो आइटम आए हुए हैं तो ਅਸੀਂ ਤੁਹਾਡੇ ਸਾਹਮਣੇ ਹੀ ਨਿਕਾਲਾਂਗੇ। जिस ਦਾ ਨਿਕਲ ਜੂਗਾ ਉਹਦਾ ਨਾਮ ਨੰਬਰ ਨੋਟ ਕਰਕੇ ਉਹਨੂੰ ਅਸੀਂ ਉਹ ਗਿਫਟ ਪ੍ਰੋਵਾਈਡ ਕਰਵਾ ਜਾਵਾਂਗੇ। एक साਡਾ ये उद्देश्य है। दूसरा उद्देश्य साਡਾ ਜਿਹੜਾ ਹੈਗਾ जो ਅਸੀਂ जुलाई में ट्रैक्टर लेके आए PS फुली लोडेड, जिसमें आपको सारी एसेसरियां मिल रही हैं, छतरी से लेके बम्पर से लेके फिर अगले वाले फेंडर से लेके। तो ये ट्रैक्टर मतलब जब बन ही रहा था तो जसवीर जी ने कोई यूट्यूबर बुलाया और वो कर दिया वायरल। ਉਹਦੇ ਬਾਰੇ ਅਸੀਂ ਇਹਨੂੰ ਸਟਾਰਟ ਕਰਾਂਗੇ। ਇਹਦੇ ਵਿੱਚ ਬਿਲਕੁਲ ਸਿੰਪਲ ਹੈਗਾ। ਇਹ ਕੱਪ ਹੈਗੇ ਆ, ਇਹਦੇ ਵਿੱਚ ਕੀ ਹੈਗਾ ਬਲੈਕ ਕਲਰ ਤੁਹਾਨੂੰ ਮਤਲਬ ਕਾਲਾ ਰੰਗ ਇਹਦੇ ਵਿੱਚ ਸ਼ੋ ਹੋ ਰਿਹਾ ਹੋਣਾ। ਇਹਦੇ ਵਿੱਚ ਜਦੋਂ ਅਸੀਂ ਗਰਮ ਪਾਣੀ ਪਾਵਾਂਗੇ ਤੇ ਇਹ ਕੱਪ ਦਾ ਜਿਹੜਾ ਰੰਗ ਹੈਗਾ ਚੇਂਜ ਹੋ ਜਾਏਗਾ ਤੇ ਜੋ ਵੀ ਤੁਹਾਡੀ ਗਿਫਟ ਆਈਟਮ ਤੁਹਾਨੂੰ ਨਿਕਲੇਗੀ ਉਹ ਇਹਦੇ ਵਿੱਚ ਇੱਥੇ ਪ੍ਰਿੰਟ ਹੋਏਗੀ ਆ, ਉਹਦਾ ਨਾਮ ਲਿਖਿਆ ਹੋਊਗਾ।
ਇਹ ਨਾਂ ਦੇ ਕੱਪ ਹਜੇ ਅਸੀਂ ਮਤਲਬ ਖੋਲੇ ਹੈਗੇ ਅੱਜ ਪਹਿਲੀ ਵਾਰੀ ਜਿਹੜੇ ਹੈਗੇ ਕੱਪ ਅਸੀਂ ਬਾਹਰ ਆਊਟ ਕੀਤੇ ਹੈਗੇ ਆ ਤੇ ਇੱਥੇ ਜਿਹੜਾ 5-6 ਕੱਪ ਪਏ ਹੋਏ ਹੈਗੇ ਇਹਦੇ ਵਿੱਚੋਂ ਜਿਹੜੇ ਵੀ ਜ਼ਿਮੀਂਦਾਰ ਆਣਗੇ ਕੋਈ ਵੀ ਇਹਦੇ ਵਿੱਚੋਂ ਪਸੰਦ ਕਰ ਸਕਦੇ ਹੈਗੇ ਤੇ ਇੱਕ ਹੀ ਕਰਕੇ ਅਸੀਂ ਨਾਮ ਲੈਂਦੇ ਹੈਗੇ ਤੇ ਤੁਸੀਂ ਆਓਗੇ ਤੇ ਆਪਣਾ ਆਪਣਾ ਕੱਪ ਚੂਜ਼ ਕਰ ਲਓ ਤੇ ਜੋ ਵੀ ਗਿਫਟ ਨਿਕਲਦਾ ਹੈਗਾ ਉਹ ਅਸੀਂ ਆਪਣੇ ਕੋਲ ਨੋਟ ਕਰ ਲਾਂਗੇ ਤੇ ਵਿਦਿਨ ਮਤਲਬ ਅਗਲੇ 4 ਦਿਨਾਂ ਵਿੱਚ ਜਿਹੜਾ ਹੈਗਾ ਗਿਫਟ ਤੁਹਾਡੇ ਘਰ ਜਿਹੜਾ ਹੈਗਾ ਪਹੁੰਚ ਜਾਏਗਾ ਹਫਤੇ 10 ਦਿਨ ਵਿੱਚ ਜਿਹੜਾ ਹੈਗਾ ਗਿਫਟ ਉਹ ਖੁਦ ਹੀ ਤੁਹਾਡੇ ਘਰ ਅਸੀਂ ਖੁਦ ਛੱਡ ਕੇ ਆਵਾਂਗੇ गिलास ले आओ ਪਰ ਹਰਦੀਪ ਸਿੰਘ ਪਿੰਡ ਘੇਲ ਜਿਹੜੇ ਕੋਈ ਆਏ ਨਹੀਂ ਉਹਨਾਂ ਦੇ ਹਰਦੀਪ ਸਿੰਘ ਪਿੰਡ ਘੇਲ ਉਸ ਤੋਂ ਬਾਅਦ ਕੋਈ ਗੁਰਵਿੰਦਰ ਸਿੰਘ ਉਹ ਵੀ ਪਿੰਡ ਘੇਲ ਹੈਗਾ ਵੀਰੇ ਕੋਈ ਗੁਰਵਿੰਦਰ ਸਿੰਘ ਪਿੰਡ ਘੇਲ ਤੋਂ ਗੁਰਵਿੰਦਰ ਸਿੰਘ ਡਡੇਗੜੀ ਡਡਹੇੜੀ ਤੋਂ ਤੇ ਦਵਿੰਦਰ ਸਿੰਘ ਪਿੰਡ ਰਸੂਲਪੁਰ ਆ ਜਾਓ ਆ ਜਾਓ ਜੀ ਮੈਨੂੰ ਲੈ ਜਾ ਉਹ ਕਿੱਥੇ ਆ ਆ ਜਾ ਮੈਂ ਕਿਧਰੇ ਪਾਣੀ ਆ ਦੇਖ ਪੂਰੇ ਇਹਨਾਂ ਚੋਂ ਜਿਹੜਾ ਮਰਜ਼ੀ ਡੱਬਾ ਚੱਕ ਲਓ ਜੀ ਜਿਹੜਾ ਮਰਜ਼ੀ ਡੱਬਾ ਚੱਕ ਲਓ ਇਹਨਾਂ ਚੋਂ ਛੇਤੀ ਆ ਚੱਕ ਲਓ ਬਾ ਤੁਸੀਂ ਆ ਕੱਢ ਦੋ ਬਾਹਰ ਮੈਂ ਖੜ ਜਾ ਬਸ ਦੇਖ ਕੇ ਹੁਣ ਨਾਲ ਗਿਫਟ ਲੈ ਕੇ ਜਾਊਗਾ ਹਾਂ ਲਓ ਜੀ ਕੱਢੋ ਇਹਨੂੰ हेलो जी लाओ जी ਪਾਣੀ ਪਾਓ ਮੈਡਮ ਇਹ 'ਚ है ਅੱਗੇ ਰੱਖ ਲਓ ਬਾਹਰ जसबीर जी जादू वाला काम भी कर रहे हैं देख लो डीलरशिप के नाल हैं जादू दिखाए वो ना ਪਾਓ ਫੁੱਲ ਭਰ ਦੋ ਹੋਏਗਾ ਥੋੜਾ ਉੱਚੇ बस दो ਹੋ ਰਿਹਾ ਹੁੰਦਾ ਪਿਆ ਹੋ ਰਿਹਾ ਟਾਈਮ ਲੱਗੂਗਾ ਪਾਣੀ ਹੋਰ ਗਰਮ ਕਰ ਲਿਆਓ ਪਾਣੀ ਹੋ ਜਾਊਗਾ ਲੱਗ ਗਿਆ ਹੁਣ ਲੱਗ ਗਿਆ ਪਾਣੀ ਥੱਲੇ ਵੱਧ ਗਰਮ ਰੱਖਾ ਥੋੜਾ ਥੋੜਾ ਚੇਂਜ ਹੋ ਰਿਹਾ पानी कम गर्म है थोड़ा ਸਾਡੇ ਲਈ ਵੀ ਮਤਲਬ ਹਜੇ ਜਾਦੂ ਹੀ ਹੈਗਾ ਇਹ ਨਵੀਂ ਹੋਆ ਚੀਜ਼ ਹੁਣ ਲੱਗ ਗਿਆ ਚੇਂਜ ਨੋਵੋ ਪੀਐਸ ਦਾ ਜਦੋਂ ਅਸੀਂ ਸਰਹੰਦ ਤੋਂ ਸ਼ੁਰੂ ਕੀਤਾ ਸੀਗਾ ਸਰਹੰਦ ਤੋਂ ਜੋ ਪਿਆਰ ਮਿਲਿਆ ਹੈਗਾ हो गया हो रहा चेंज होना पिया हो गया ਲੋ ਬਈ ਜਾਦੂ ਦਿਖਾਉਣੇ ਤਸਵੀਰ ਅੰਕਲ ਨੇ ਇਹਨਾਂ ਨੂੰ ਕੀ ਨਿਕਲਿਆ 32 ਇੰਚੀ LED अरे वाह 32 ਇੰਚੀ LED TV ਨਿਕਲਿਆ ਬਾਈ सरदार जी का 32 इंची LED